गुरु साहब जी दे ਉਹ ਸਿੱਖ ਨੇ ਜਿਨ੍ਹਾਂ ਨੇ ਆਪਣੇ ਕੌਮ ਦੇ ਮਾਨ ਸਨਮਾਨ ਲਈ, ਕੌਮ ਦੀ ਅਣਖ ਗੈਰਤ ਦੇ ਲਈ ਆਪਣੇ ਘਰਾਂ ਤੋਂ ਗਏ ਪਰ ਅਜੇ ਤੱਕ ਵਾਪਸ ਨਹੀਂ ਆਏ। ਖਾਲਸਾ ਜੀ 25-25 30 ਸਾਲ ਦੇ ਜੇਲ੍ਹ ਦੇ ਜੀਵਨ ਦੀ ਬੇਦਨਾ ਜਾਂ ਤਾਂ ਬੰਦੀ ਸਿੰਘ ਜਾਣਦੇ ਨੇ ਜਾਂ ਫਿਰ ਉਹਨਾਂ ਦੇ ਪਰਿਵਾਰ ਜਾਣਦੇ ਨੇ। ਖਾਲਸਾ ਜੀ ਇਹ ਬੰਦੀ ਸਿੰਘ ਸਾਡੇ ਵੀਰ ਉਦੋਂ ਘਰ ਤੋਂ ਗਏ ਸੀ ਜਦੋਂ ਇਸੇ ਜੂਨ ਦੇ ਮਹੀਨੇ ਦੇ ਵਿੱਚ ਸਾਡੇ ਰੂਹਾਨੀਅਤ ਦੇ ਕੇਂਦਰ ਤੇ ਕਾਂਗਰਸ ਦੀ ਜ਼ਾਲਮ ਸਰਕਾਰ ਨੇ ਫੌਜਾਂ ਚਾੜ ਕੇ ਹਮਲਾ ਕੀਤਾ ਸੀ। ਸਾਡੇ ਸਿੱਖਾਂ ਦੀ ਸਰਵਉੱਚ ਅਦਾਲਤ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਤੇ ਤੋਪਾਂ ਦੇ ਨਾਲ ਢਹਿ ਕੀਤਾ ਸੀ। ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਸੀ ਤੇ ਫਿਰ ਨਵੰਬਰ 84 ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਿੰਦਾ ਜਲਾਇਆ ਗਿਆ ਸੀ। ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ ਸੀ। ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਫਿਰ ਇਸੇ ਪੰਜਾਬ ਦੀ ਧਰਤੀ ਤੇ ਕਾਂਗਰਸ ਦੀ ਜ਼ਾਲਮ ਸਰਕਾਰ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਸੀ ਤੇ ਲਵਾਰਿਸ ਕਰਾਰ ਦੇ ਕੇ ਉਹਨਾਂ ਨੂੰ ਸੰਸਕਾਰ ਕੀਤੇ ਸੀ। ਹਜ਼ਾਰਾਂ ਘਰ ਉਜਾੜੇ ਗਏ, ਹਜ਼ਾਰਾਂ ਪਰਿਵਾਰਾਂ ਨੂੰ ਉਜਾੜਿਆ ਗਿਆ, ਹਜ਼ਾਰਾਂ ਪਰਿਵਾਰ ਕੁਰਬਾਨ ਹੋ ਗਏ। ਖਾਲਸਾ ਜੀ ਉਹਦੇ 'ਚ ਸਾਡਾ ਪਰਿਵਾਰ ਵੀ ਇੱਕ ਸੀ। ਸਾਡੇ ਪਿਤਾ ਜੀ ਫੌਜੀ ਸੀ, ਦੇਸ਼ ਦੀਆਂ 3 ਜੰਗਾਂ ਦੇ ਵਿੱਚ ਹਿੱਸਾ ਲਿਆ ਸੀ, ਪਰ ਜਦੋਂ ਜ਼ਬਰ ਤੇ ਜ਼ੁਲਮ ਦੀ ਹਨੇਰੀ ਚੁੱਲੀ ਤਾਂ ਮੇਰੇ ਵੱਡੇ ਭੈਣ ਜੀ ਬੀਬੀ ਅਮਨਦੀਪ ਕੌਰ ਉਹਨਾਂ ਨੂੰ ਘਰੇ ਆ ਕੇ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ, ਜਿਨ੍ਹਾਂ ਦਾ ਨਵਾਂ ਵਿਆਹ ਹੋਇਆ ਸੀ ਤੇ ਕੈਨੇਡਾ ਜਾਣਾ ਸੀ। ਮੇਰੇ 18 ਸਾਲ ਦੇ ਵੀਰ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਉਹਨਾਂ ਨੂੰ ਮੁਕਾਬਲੇ 'ਚ ਸ਼ਹੀਦ ਕੀਤਾ, ਝੂਠਾ ਪੁਲਿਸ ਮੁਕਾਬਲਾ ਬਣਾ ਕੇ ਤੇ ਮੁੜ ਕੇ ਫਿਰ ਉਹਨਾਂ ਦੀ ਲਾਸ਼ ਵੀ ਨਹੀਂ ਸੀ ਦਿੱਤੀ। ਤੇ ਸਾਡੇ ਮਾਤਾ ਪਿਤਾ ਵੀਰ ਜੀ ਰਾਜੋਆਣਾ ਜੀ ਨੂੰ ਉਡੀਕਦੇ ਇਸ ਦੁਨੀਆ ਤੋਂ ਚਲੇ ਗਏ ਤੇ ਅੱਜ ਵੀ ਵੀਰ ਜੀ ਰਾਜੋਆਣਾ ਜੀ 28 ਸਾਲਾਂ ਦੇ ਬਾਅਦ ਵੀ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਅੱਜ ਵੀ ਫਾਂਸੀ ਦੇ ਤਖਤੇ ਤੇ ਖੜੇ ਨੇ। ਖਾਲਸਾ ਜੀ 15 ਸਾਲਾਂ ਤੋਂ ਫਾਂਸੀ ਚੱਕੀ ਦੇ ਵਿੱਚ ਬੰਦ ਨੇ। ਫਾਂਸੀ ਦੀ ਚੱਕੀ ਤੋਂ 16 ਕਦਮ ਦੂਰ ਫਾਂਸੀ ਦਾ ਤਖਤਾ ਹੈ। ਜਦੋਂ 2012 ਦੇ ਵਿੱਚ ਤਰੀਕ ਤੈਅ ਕੀਤੀ ਸੀ, ਤੁਸੀਂ ਖਾਲਸਾ ਪੰਥ ਨੇ ਉਸ ਫਾਂਸੀ ਤੇ ਰੋਕ ਲਗਵਾਈ ਸੀ, ਪਰ ਅਜੇ ਤੱਕ ਵੀ ਉਹ ਫਾਂਸੀ ਬਰਕਰਾਰ ਹੈ। ਖਾਲਸਾ ਜੀ ਇਹ ਸਾਡੇ ਸਿੱਖਾਂ ਦੇ ਨਾਲ ਹੀ ਇੰਨੀਆਂ ਬੇਇਨਸਾਫੀਆਂ ਹੁੰਦੀਆਂ ਨੇ। ਸਾਡੇ ਸਿੱਖਾਂ ਦੇ ਹਜ਼ਾਰਾਂ ਕਾਤਲ ਨੇ, ਪਰ ਕੋਈ ਇੱਕ ਵੀ ਕਾਤਲ ਅਜਿਹਾ ਨਹੀਂ ਜਿਹੜਾ 25-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੋਵੇ। ਸਾਡੇ ਦੇਸ਼ ਦਾ ਕਾਨੂੰਨ ਸਾਡੇ ਸਿੱਖਾਂ ਦੇ ਕਾਤਲਾਂ ਤੇ ਲਾਗੂ ਹੀ ਨਹੀਂ ਹੁੰਦਾ ਤੇ ਸਾਡੇ ਜਿਹੜੇ ਬੰਦੀ ਸਿੰਘ ਵੀਰ ਨੇ ਉਹ 25-25 30-30 32-32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਉਹਨਾਂ ਦੀਆਂ ਰਿਹਾਈਆਂ ਹੀ ਨਹੀਂ ਹੁੰਦੀਆਂ। ਬਹੁਤ ਸਾਰੀਆਂ ਪੰਥਕ ਜਥੇਬੰਦੀਆਂ, ਸਾਰੀਆਂ ਪੰਥਕ ਧਿਰਾਂ ਨੇ ਬਹੁਤ ਲੰਬਾ ਸੰਘਰਸ਼ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਪਰ ਕੋਈ ਰਿਹਾਈਆਂ ਨਹੀਂ ਹੋ ਸਕੀਆਂ। 2019 ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ 8 ਬੰਦੀ ਸਿੰਘਾਂ ਦੀ ਰਿਹਾਈ ਤੇ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਂਦਾ, ਪਰ 2.5 ਸਾਲ ਬੀਤ ਗਏ। ਕੇਂਦਰ ਸਰਕਾਰ ਆਪਣੇ ਫੈਸਲੇ ਤੋਂ ਹੀ ਮੁੱਕਰ ਗਈ। ਸੁਪਰੀਮ ਕੋਰਟ ਨੇ 6 ਵਾਰ ਆਦੇਸ਼ ਕੀਤਾ ਕਿ ਫਾਂਸੀ ਦੀ ਸਜ਼ਾ ਤੇ ਫੈਸਲਾ ਕੀਤਾ ਜਾਵੇ। ਜਿਹੜਾ ਤੁਸੀਂ ਫੈਸਲਾ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਕੀਤਾ ਹੈ ਉਸ ਨੂੰ ਲਾਗੂ ਕਰੋ, ਪਰ ਕੇਂਦਰ ਸਰਕਾਰ ਫੈਸਲਾ ਕਰਨ ਨੂੰ ਹੀ ਤਿਆਰ ਨਹੀਂ। ਇਸੇ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਵੀ ਕਹਿ ਦਿੱਤਾ ਕਿ ਰਿਹਾ ਕਰ ਦਿੱਤਾ ਜਾਵੇ, ਸੁਪਰੀਮ ਕੋਰਟ ਨੇ ਵੀ ਹੁਕਮ ਕਰ ਦਿੱਤੇ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਰਿਹਾ ਕਰੋ, ਪਰ ਕੇਜਰੀਵਾਲ ਦੀ ਸਰਕਾਰ ਰਿਹਾ ਕਰਨ ਤੋਂ ਇਨਕਾਰ ਕਰ ਰਹੀ ਹੈ। 6-7 ਮਹੀਨੇ ਹੋ ਗਏ ਉਹਨਾਂ ਦੀ ਫਾਈਲ ਨੂੰ ਪਈ ਨੂੰ, ਇੱਕ ਸਾਈਨ ਨਹੀਂ ਕਰ ਰਹੀ। ਜੇਕਰ ਕੇਜਰੀਵਾਲ ਸਰਕਾਰ ਭਾਈ ਭੁੱਲਰ ਜੀ ਨੂੰ ਰਿਹਾ ਕਰਦੀ ਤਾਂ ਉਹ ਵੀ ਆਪਣੇ ਉਜੜੇ ਹੋਏ ਘਰਾਂ ਦੇ ਵਿੱਚ ਵਾਪਸ ਆ ਜਾਂਦੇ। ਖਾਲਸਾ ਜੀ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਗਏ, ਜਦੋਂ ਸਰਕਾਰਾਂ ਰਿਹਾਈ ਕਰਨ ਤੋਂ ਇਨਕਾਰ ਕਰ ਗਈਆਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਹੁਕਮ ਕੀਤਾ ਕਿ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਵਿੱਚੋਂ ਚੋਣ ਲੜਾ ਕੇ ਸਮੁੱਚਾ ਖਾਲਸਾ ਪੰਥ ਇਕੱਠਾ ਹੋਵੇ ਤਾਂ ਕਿ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਜਾਵੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ, ਤਾਂ ਕਿ ਦਿੱਲੀ ਨੂੰ ਇੱਕ ਸੁਨੇਹਾ ਜਾਵੇ ਕਿ ਸਾਡਾ ਸਮੁੱਚਾ ਖਾਲਸਾ ਪੰਥ ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ। ਖਾਲਸਾ ਜੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਮਾਵਾਂ ਉਡੀਕਦੇ ਇਸ ਦੁਨੀਆ ਤੋਂ ਚਲੀਆਂ ਗਈਆਂ,
पर अज तक ये अपने घरां च वापस नहीं आ सके। खालसा जी, तुसी बजुर्ग हो, मेरिया भैणां इत्थे बैठियां ने, जे 1 घंटा भी साडा बच्चा लेट हो जावे तां मामा दरवाजियां ते खड़ियां हुंदियां ने। पर ये तां ओह बंदी सिंह ने जिन्हां ने कौम दे मान सन्मान लई, कौम दी अणख गैरत दे लई अपना सब कुछ अपनी कौम तो कुर्बान कर दिता। अज इसे लिए असीं तुहाडे कोल आए हां। खालसा जी, मैं कोई राजनीतिक नहीं, ना ही मैं राजनीति करनी आ, पर अज तुहाडे कोल एक मौका है। तुसीं इस बार चोणां दे विच अपनी वोट सच दे लई, कौम दे मान सन्मान दे लई पाउणा, तां कि जिहड़े आपदी कौम दे मान सन्मान लई 25-25 30 सालां तो जेलां दे विच बंद ने, अपने उन्हां बंदी सिंह वीरां नूं रिहा करवा सकीए। खालसा जी, साडे बंदी सिंघां वीरां दे परिवार तुसीं हो, तुसीं वारिस हो बंदी सिंघां दे, तुसीं परिवार हो बंदी सिंघां दा। खालसा पंथ परिवार है ते असीं अपने खालसा पंथ नूं, अपने बजुर्गां नूं, अपणियां मावां, अपणियां भैणां नूं, अपने नौजवान वीरां ते बच्चियां नूं यह बेनती करदे हां कि आओ असीं एक इतिहास दोहराइए। बंदी सिंघां ने कौम दे मान सन्मान दा एक इतिहास सिरजिआ है। अज तुहाडे कोल एक मौका है कि तुसीं भी इतिहास सिरजो। तुहाडी एक वोट बंदी सिंघां दी रिहाई दे हक विच मारिया होया एक हा दा नारा होवेगी। खालसा जी, असीं मलेरकोटले दे नवाब नूं अज तक भी खालसा पंथ इस लिए याद करदा है कि उसने सूबे दी कचहरी दे विच छोटे साहिबजादियां दे हक दे विच हा दा नारा मारिया सी। ते फिर साडे बंदी सिंह साडे उसे गुरु साहब जी दे सिख ने, ते साडा सारियां दा फर्ज है कि असीं सारे इकट्ठे होकर बंदी सिंघां दी रिहाई करवाइए। तुसीं चाहे जिसे भी पार्टी दे हो, अपनियां पार्टियां धड़ेबंदियां तो उपर उठ के साडी बेनती है कि तुसीं बंदी सिंघां दी रिहाई लई साडा साथ देवो। खालसा जी, तुहाडी एक वोट बंदी सिंघां दे नाल जो केंद्र सरकार बेइंसाफी कर रही है उसके विरुद्ध दिल्ली नूं एक सुनेहा होवेगी ते बंदी सिंघां दी रिहाई करवाएगी। जदों 2012 ਦੇ ਵਿੱਚ ਖਾਲਸਾ ਪੰਥ ਇਕੱਠਾ ਹੋਇਆ ਸੀ ਤਾਂ ਰੋਕ ਲੱਗੀ ਸੀ। ਅੱਜ ਖਾਲਸਾ ਪੰਥ ਇਕੱਠਾ ਹੋ ਕੇ ਦਿੱਲੀ ਨੂੰ ਇੱਕ ਸੁਨੇਹਾ ਦੇਗਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਆ। ਤੁਸੀਂ ਫਾਂਸੀ ਦੇ ਤਖਤੇ ਤੇ ਖੜੇ ਵੀਰ ਜੀ ਰਾਜੋਆਣਾ ਜੀ ਨੂੰ ਘਰੇ ਲਿਆ ਸਕਦੇ ਹੋ। ਤੁਹਾਡੇ ਪੰਥ ਕੋਲ ਇਹ ਸ਼ਕਤੀ ਹੈ। ਮੈਂ ਤਾਂ ਇੱਕ ਤੁਹਾਡੀ ਤੀ ਤੁਹਾਡੇ ਤੋਂ ਸ਼ਕਤੀ ਮੰਗਣ ਆਈ ਆ। ਖਾਲਸਾ ਜੀ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दर्दनाक कहानी तेजी ना करो, भज्जियो ना, दौड़ियो ना, छंबे ना चलूगे। तार छड्डिए, तेजी करोगे, खिंचोगे। सारे बेनती है थोड़ा पीछे हो जाओ, आराम ना बही जाओ, थले टेबल ते बह जाओ, इधर तू भी बह जा, इत्थे आ जा, बह जाओ टेबल ते, इधर हो जाओ सारे। गुरु प्यारी साध संगत जी, गज के फतेह बुलाओ। वाहिगुरू जी का खालसा, वाहिगुरू जी। आज जिहड़ा इलैक्शन है बाकी इलैक्शनां नालों बड़ा अलग है। थोड़ी वोटां नाल कोई नवी सरकार नहीं बननी, थोड़ियां वोटां नाल कोई सरकार लाउणी नहीं। इस करके सारियां बाकी पार्टियां अलग मुद्दों ते लड़ रही हैं,
ਅਕਾਲੀ ਦਲ ਤੇ ਸਮੁੱਚੇ ਪੰਥ ਦਾ ਸੰਤ ਸਮਾਜ ਇਕੱਠੇ ਹੋ ਕੇ ਜੰਗ ਇੱਕੋ ਹੀ ਮੁੱਦੇ ਤੇ ਲੜ ਰਿਹਾ ਹੈ ਕਿ ਜੇ ਤੁਸੀਂ ਇੱਕ ਵੋਟ ਪਾਤੀ, ਆ ਜਿਹੜੇ ਬੰਦੀ ਸਿੰਘ ਹੈ ਆ ਆਪਣੇ ਘਰੇ ਆ ਸਕਣਗੇ। ਆ ਬੰਦੀ ਸਿੰਘ ਕੌਣ ਹੈ? ਇਹਨਾਂ ਨੇ ਕੋਈ ਬੈਂਕ ਨਹੀਂ ਲੁੱਟਿਆ, ਕੋਈ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ, ਇਹਨਾਂ ਨੇ ਕੌਮ ਖਾਤਰ, ਕੌਮ ਦੀ ਪੱਗ ਖਾਤਰ ਜੋ ਆਪਣੇ ਸਿੱਖ ਪੰਥ ਤੇ ਜ਼ੁਲਮ ਹੋਏ 1984 ਵਿੱਚ ਜਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਇਹਨਾਂ ਬੱਚਿਆਂ ਤੋਂ ਬਰਦਾਸ਼ਤ ਨਹੀਂ ਹੋਇਆ। ਜਦੋਂ ਗੋਲੇ ਮਾਰੇ ਗਏ ਅਕਾਲ ਤਖਤ ਸਾਹਿਬ ਤੇ, ਇਹਨਾਂ ਬੱਚਿਆਂ ਤੋਂ ਬਰਦਾਸ਼ਤ ਨਹੀਂ ਹੋਇਆ। ਉਦੋਂ ਇਹਨਾਂ ਦੀ ਉਮਰ ਸੀ 20 ਸਾਲ, 22 ਸਾਲ, 23 ਸਾਲ। ਉਹਦੇ ਬਾਅਦ ਨਵੰਬਰ ਦੇ ਮਹੀਨੇ ਫਿਰ ਤੋਂ ਗਾਂਧੀ ਪਰਿਵਾਰ ਤੇ ਹੁਕਮ ਤੇ ਹਜ਼ਾਰਾਂ ਦੇਸ਼ ਵਿੱਚ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਦਿੱਲੀ, ਕਾਨਪੁਰ, ਨਾਗਪੁਰ ਹਜ਼ਾਰਾਂ ਨੂੰ ਕਤਲ ਕੀਤਾ ਗਿਆ। ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਇਹਨਾਂ ਦਾ ਕੀ ਕਸੂਰ ਹੈ? ਜਜ਼ਬਾਤ ਹੈ। ਜੇ ਅਸੀਂ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਹੋਏ, ਤੁਸੀਂ ਹੱਥ ਤੁਹਾਡੇ ਕੀ ਕਰਨਗੇ? ਇਹਨਾਂ ਨੇ ਕਦਮ ਚੁੱਕੇ। ਇਹਨਾਂ ਨੇ ਕਿਸੇ ਧਰਮ ਦੇ ਖਿਲਾਫ ਨਹੀਂ ਲੜਾਈ ਲੜੀ, ਜ਼ੁਲਮ ਦੇ ਖਿਲਾਫ ਲੜੀ ਸੀ, ਜ਼ੁਲਮ ਦੇ ਖਿਲਾਫ। ਅੱਜ ਆਪਣਾ ਫਰਜ਼ ਨਹੀਂ ਬਣਦਾ ਇਹਨੂੰ ਘਰੇ ਲਿਆਉਣਾ। ਆਪਣੇ ਦੇਸ਼ 'ਚ ਦੋ ਕਾਨੂੰਨ ਹੈ, ਆਪਣੇ ਵਾਸਤੇ ਅਲੱਗ ਤੇ ਉਹਨਾਂ ਵਾਸਤੇ, ਲੋਕਾਂ ਵਾਸਤੇ ਅਲੱਗ। ਜਿਨ੍ਹਾਂ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਕਤਲ ਕੀਤਾ, ਉਹ ਤਾਂ ਇੱਕ ਦਿਨ ਨਹੀਂ ਗਏ ਅੰਦਰ। ਇਹਨਾਂ ਨੂੰ 32 ਸਾਲ ਹੋ ਗਏ, ਕਿਸੇ ਨੂੰ 26 ਸਾਲ ਹੋ ਗਏ, ਕਿਸੇ ਨੂੰ 28 ਸਾਲ ਹੋ ਗਏ। ਦੇਸ਼ ਦਾ ਕਾਨੂੰਨ ਕਹਿੰਦਾ ਜੇ ਉਮਰ ਕੈਦ ਦਿੱਤੀ ਜਾਂਦੀ ਹੈ 14 ਸਾਲਾਂ ਬਾਅਦ ਜਾਂ 12 ਸਾਲਾਂ ਬਾਅਦ ਘਰੇ ਆ ਜਾਂਦਾ ਬੰਦਾ। ਪਰ ਇਹਨਾਂ ਨੂੰ ਤਾਂ 26 ਸਾਲ ਹੋ ਗਏ, ਪੁੱਛਦੇ ਨਹੀਂ ਕੋਈ। ਆਪਣਾ ਦੇਸ਼ ਦਾ ਕਾਨੂੰਨ ਕਹਿੰਦਾ ਜੇ ਉਮਰ ਕੈਦ ਹੁੰਦੀ ਹੈ 2 ਮਹੀਨੇ ਪੈਰੋਲ ਤੇ ਆ ਸਕਦਾ ਹਰ ਸਾਲ। ਇੱਥੇ ਤਾਂ 1 ਘੰਟਾ ਨਹੀਂ ਦਿੱਤਾ 32 ਸਾਲਾਂ 'ਚ। ਅਬ ਨੌਜਵਾਨ ਬੱਚੇ ਸੀ 22 ਸਾਲ ਦੇ, ਇਹਨਾਂ ਨੂੰ ਹੁਣ ਦੇਖੋ 55 ਸਾਲ ਦੇ ਹੋ ਗਏ, ਕੋਈ 60 ਸਾਲ ਦਾ ਹੋ ਗਿਆ, ਹਲੇ ਤੱਕ ਘਰ ਨਹੀਂ ਦੇਖਿਆ ਇਹਨਾਂ ਨੇ। ਇੰਨੇ ਸਾਲ ਘਰ ਨਹੀਂ ਦੇਖਿਆ। ਅਬ ਭੈਣ ਆਪਣੀ ਕਮਲਦੀਪ ਕੌਰ ਬੈਠੀ ਹੈ, ਅੱਜ ਆਪਣੇ ਉਮੀਦਵਾਰ ਹੈ। ਇਹਨਾਂ ਦੀ ਉਮਰ ਸੀ 12 ਸਾਲ ਦੀ। ਇਹਨਾਂ ਦਾ ਘਰ ਨਾਲ ਗੁਆਂਢ 'ਚ ਹੈ, ਮਹਾਰਾਜ ਪਿੰਡ ਹੈ। ਇਹਨਾਂ ਦੇ ਪਿਤਾ ਫੌਜ ਵਿੱਚ, ਦੇਸ਼ ਦੀ ਰੱਖਿਆ ਸਾਰੀ ਜੰਗਾਂ ਇਹਨਾਂ ਨੇ ਲੜੀਆਂ। ਇਹਨਾਂ ਦਾ ਘਰ ਪਿੰਡ ਤੋਂ ਬਾਹਰ ਖੇਤਾਂ 'ਚ ਹੈ। ਇਹਨਾਂ ਭੈਣ ਦੀ ਪਿਤਾ ਤਾਂ ਫੌਜ ਸੀ, ਮਾਤਾ ਤੇ 2 ਭੈਣਾਂ, ਇਹਨਾਂ ਦੀ ਬੱਚੇ 2 ਭੈਣਾਂ ਤੇ 1 ਭਰਾ, ਛੋਟੇ ਇਕੱਲੇ ਰਹਿੰਦੇ ਸੀ। ਇੱਕ ਦਿਨ ਜਦੋਂ ਖਾੜਕੂਵਾਦ ਦਾ ਰਾਜ ਸੀ, 2-4 ਮੁੰਡੇ ਆਏ ਇਹਨਾਂ ਦੇ ਘਰੇ, ਮਾਤਾ ਜੀ ਨੂੰ ਕਹਿੰਦੇ ਰੋਟੀ ਪਕਾਓ, ਅੱਜ ਖਾਣੀ ਹੈ। ਹੁਣ ਮਾਤਾ ਇਕੱਲੀ ਕੀ ਕਰੇ? ਰੋਟੀ ਪਕਾਤੀ, ਖਵਾਤੀ। ਅਗਲੇ ਦਿਨ ਪੁਲਿਸ ਆਈ ਕਿ ਰੋਟੀ ਖਵਾਈ ਹੈ। ਉਹ ਕਹਿੰਦੀ ਸਾਡੇ ਕੋਲੇ ਆਏ ਸੀ, ਅਸੀਂ ਕੀ ਕਰ ਸਕਦੇ? ਉਹਨੇ ਕਿਹਾ ਰੋਟੀ ਬਣਾਓ, ਸਾਨੂੰ ਖਵਾਉਣੀ ਪੈਣੀ। ਪੁਲਿਸ ਨੇ ਆ ਕੇ, ਇਹਦੀ ਭੈਣ 19 ਸਾਲ ਦੀ ਸੀ, 15 ਦਿਨ ਹੋਏ ਸੀ ਵਿਆਹ ਹੋਏ ਨੂੰ, ਕੈਨੇਡਾ ਜਾਣਾ ਸੀ, ਗੋਲੀ ਮਾਰ ਕੇ ਮਾਰਤਾ। ਭੈਣ ਕਮਲਦੀਪ ਦਾ ਭਰਾ ਸੀ, ਉਦੋਂ 12-13 ਸਾਲ, 14 ਸਾਲ ਦਾ ਸੀ। ਉਹਨੂੰ ਚੱਕ ਕੇ ਲੈ ਗਈ, ਉਹਦੇ ਬਾਅਦ ਲਾਸ਼ ਹੀ ਨਹੀਂ ਮਿਲੀ। ਇਹਨਾਂ ਨੇ ਬੜਾ ਕਿਹਾ ਕਿ ਸਾਡਾ ਪਿਤਾ ਫੌਜ 'ਚ ਹੈ, ਸਾਡਾ ਕੋਈ ਕਸੂਰ ਨਹੀਂ, ਪਰ ਕੋਈ ਸੁਣਾਈ ਨਹੀਂ। ਕੱਲੀ ਭੈਣ ਆਪਣੇ ਭਰਾ ਦੀ ਲੜਾਈ ਲੜ ਰਹੀ ਹੈ ਰਾਜਵਾਨਾ ਸਾਹਿਬ ਦੇ। ਕੀ ਆਪਣਾ ਫਰਜ਼ ਕੋਈ ਨਹੀਂ ਹੈ? ਆਪਾਂ ਵੋਟਾਂ ਪਾ ਦਾਂਗੇ, ਝਾੜੂ ਨੂੰ ਪਾ ਦਾਂਗੇ, ਕੋਈ ਅਸਰ ਨਹੀਂ। ਪੰਜੇ ਨੂੰ ਪਾ ਦਾਂਗੇ, ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਨੂੰ ਆਈ ਕਾਂਗਰਸ ਹੈ ਨਾ ਜਿਨ੍ਹਾਂ ਕਰਕੇ ਬੰਦੀ ਸਿੰਘ ਬਣੇ ਆ। ਤੇ ਕਮਲ ਦਾ ਫੁੱਲ ਕੀ ਮਾਨ ਸਾਹਿਬ, ਸਿਮਰਜੀਤ ਸਿੰਘ ਮਾਨ ਨੂੰ ਵੋਟਾਂ ਪਾ ਦਾਂਗੇ। 2 ਵਾਰ ਪਹਿਲੇ ਵੀ MP ਬਣਾਇਆ, ਬੜੇ ਤੀਰ ਮਾਰੇ। ਐਕਟੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰਿਆਂ ਨੂੰ ਬੁਲਾਇਆ, ਸਾਰੇ ਧਿਰਾਂ ਨੂੰ, ਸੰਤ ਸਮੁੱਚਾ ਸੰਤ ਸਮਾਜ ਸਾਰੇ ਇਕੱਠੇ ਹੋਏ ਕਿ ਬੰਦੀ ਸਿੱਖਾਂ ਨੂੰ ਛੁਡਾਓ, ਆਪਣੀ ਕੌਮ ਦੇ ਉਹ ਨੌਜਵਾਨ ਹੈ, ਇਹਨਾਂ ਨੂੰ ਵੀ ਘਰੇ ਆਉਣ ਦਾ ਮੌਕਾ ਦਈਏ। ਮਾਨ ਸਾਹਿਬ ਵੀ ਮੀਟਿੰਗ 'ਚ ਆਏ। ਮਾਨ ਸਾਹਿਬ ਨੂੰ ਅਸੀਂ ਬੇਨਤੀ ਕੀਤੀ, ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਐਤਕੀ ਸੰਗਰੂਰ ਦਾ ਇਲੈਕਸ਼ਨ ਹੈ, ਬੰਦੀ ਸਿੱਖਾਂ ਦੇ ਪਰਿਵਾਰ 'ਚੋਂ ਕਿਸੇ ਨੂੰ ਖੜਾ ਕਰ ਦਈਏ। ਜਿਵੇਂ ਸਿਮਰਜੀਤ ਸਿੰਘ ਮਾਨ ਜੇਲ੍ਹ ਸੀ, ਆਪਾਂ ਉਹਨੂੰ ਪਾਰਲੀਮੈਂਟ ਤਰਨਤਾਰਨ ਤੋਂ ਲਾ ਕੇ ਜਿਤਾ ਕੇ ਘਰੇ ਲਿਆਂਦਾ ਸੀ। ਅਸੀਂ ਫੈਸਲਾ ਕੀਤਾ ਇੱਥੇ ਹੀ ਬੰਦੀ ਸਿੱਖ ਪਰਿਵਾਰਾਂ ਨੂੰ ਕਿਸੇ ਖੜਾ ਕਰਕੇ ਬੰਦੀ ਸਿੱਖਾਂ ਨੂੰ ਛੁਡਾਈਏ। ਮਾਨ ਸਾਹਿਬ ਕਹਿੰਦੇ ਮੈਂ ਤਾਂ ਲੜਨਾ ਹੀ ਲੜਨਾ ਹੈ। ਮੈਂ ਹੱਥ ਜੋੜੇ, ਸਾਰੇ ਮਹਾਂਪੁਰਖਾਂ ਨੇ ਹੱਥ ਜੋੜੇ, ਮਾਨ ਸਾਹਿਬ ਤੁਸੀਂ ਕਿੰਨੇ ਇਲੈਕਸ਼ਨ ਲੜ ਰਹੇ? ਹੁਣੀ ਇਲੈਕਸ਼ਨ ਲੜ ਕੇ ਆਏ ਹੋ ਪਾਰਲੀਮੈਂਟ ਦਾ, ਉਹਦੇ ਬਾਅਦ ਅਸੈਂਬਲੀ ਲੜ ਕੇ ਆਏ ਹੋ, ਕਿੰਨੇ ਲੜ ਕੇ ਆਏ ਹੋ? ਆਹ ਤਾਂ 1.5 ਸਾਲ ਦਾ ਇਲੈਕਸ਼ਨ ਹੈ, ਇਹਦਾ ਕੋਈ ਪਤਾ ਨਹੀਂ ਬਣਾ। ਪਰ ਜੇ ਤੁਸੀਂ ਸਾਡਾ ਸਾਥ ਦੇ ਦਿਓ, ਆਪਾਂ ਬੰਦੀ ਸਿੱਖਾਂ ਨੂੰ ਘਰੇ ਲਿਆਵਾਂਗੇ। ਪਰ ਮਾਨ ਸਾਹਿਬ ਜਿੱਦ 'ਚ ਰਹੇ, ਨਹੀਂ ਮੈਂ ਤਾਂ ਲੜਨਾ ਹੀ ਲੜਨਾ ਹੈ। ਹੁਣ ਕੀ ਕਰੀਏ ਉਸ ਇਨਸਾਨ ਦਾ? ਮੈਂ ਮਾਨ ਸਾਹਿਬ ਨੂੰ ਆ ਵੀ ਕਹਿਤਾ, ਮੈਂ ਕਿਹਾ ਮਾਨ ਸਾਹਿਬ 1.5 ਸਾਲ ਬਾਅਦ 5 ਸਾਲ ਦਾ ਇਲੈਕਸ਼ਨ ਹੈ ਪਾਰਲੀਮੈਂਟ ਦਾ, ਜਿੱਥੇ ਪੰਜਾਬ 'ਚ ਕਹੋਗੇ ਕਿਹੜੀ ਸੀਟ ਤੇ ਅਕਾਲੀ ਦਲ ਤੁਹਾਡੀ ਮਦਦ ਕਰੂ, ਅੱਜ ਹੀ ਐਲਾਨ ਕਰ ਦਿੰਦੇ ਆ, ਤੁਸੀਂ ਸਾਡਾ ਸਾਥ ਦਿਓ। ਕਹਿੰਦੇ ਨਹੀਂ ਮੈਂ ਤਾਂ ਲੜਨਾ ਹੀ ਲੜਨਾ। ਹੁਣ ਕੀ ਕਰੀਏ? ਦੇਖੋ ਕੌਮ ਇਕੱਠੀ ਕਰਕੇ ਹੀ ਆਪਾਂ ਤਕੜੇ ਹੋਵਾਂਗੇ ਨਾ। ਹੁਣ ਵੀ ਭੈਣ ਆਪਣੀ ਅਕਾਲੀ ਦਲ ਦੀ ਮੈਂਬਰ ਨਹੀਂ ਹੈ। ਦੇਖੋ ਮੈਂ ਆਪਣੀ ਪੋਸਟਰ ਤੇ ਆਪਣੀ ਫੋਟੋ ਨਹੀਂ ਲਈ, ਆ ਸਮੁੱਚੀ ਕੌਮ ਦੀ ਕੈਂਡੀਡੇਟ ਹੈ। ਸਾਰੇ ਮਹਾਂਪੁਰਖ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਫੈਡਰੇਸ਼ਨ, ਸਾਰੇ ਦੂਜੀ ਜਥੇਬੰਦੀ, ਸਾਰਿਆਂ ਨੇ ਇਕੱਠੇ ਹੋ ਕੇ, ਇਕੱਲੇ ਮਾਨ ਸਾਹਿਬ ਤੋਂ ਬਗੈਰ। ਇਸ ਕਰਕੇ ਮੈਂ ਬੇਨਤੀ ਕਰਨਾ ਹੈ, ਇਲੈਕਸ਼ਨਾਂ ਤਾਂ ਆਉਂਦੀਆਂ ਰਹਿਣਗੀਆਂ, ਪਰ ਪਰਿਵਾਰ ਇਕੱਲੇ ਤੁਸੀਂ ਲਿਆ ਸਕਦੇ ਹੋ। ਸੰਗਰੂਰ ਵਾਲੇ ਇਕੱਲੇ ਤੁਸੀਂ ਲਿਆ ਦੋ ਕੰਧਾਂ ਤੇ ਲੈ। ਕੇਜਰੀਵਾਲ ਨੇ ਕੰਧ ਤੇ ਲਿਖਿਆ ਸੀ, ਇੱਕ ਮੌਕਾ ਕੇਜਰੀਵਾਲ ਦੇ ਦੋ, ਤੁਸੀਂ ਸਾਰਿਆਂ ਨੇ ਦੇਤਾ। ਕਿ 3 ਮਹੀਨੇ ਦੇਖਿਆ ਕੀ ਕੀਤਾ? ਮੈਂ ਵਿਰਸਾ ਜੀ ਨੂੰ ਦੱਸ ਰਿਹਾ ਸੀ, ਮੈਂ ਕਿਹਾ ਆਪਾਂ ਰੋਜ਼ ਅਰਦਾਸ ਕੀ ਕਰਦੇ ਆਂ? ਰਾਜ ਕਰੇਗਾ ਖਾਲਸਾ, ਤੇ ਬਣਾ ਕੀ ਦਿੱਤਾ? ਰਾਜ ਕਰੇਗਾ ਕੇਜਰੀਵਾਲ। ਭਗਵੰਤ ਮਾਨ ਬਣ ਗਿਆ ਉਹਦਾ ਪੀਏ। ਆਪਾਂ ਕਿ ਕੇਜਰੀਵਾਲ ਸਮਝ ਸਕਦਾ ਤੁਹਾਡੀ ਤਕਲੀਫ ਕੀ ਹੈ? ਆਈ ਕੇਜਰੀਵਾਲ, ਪ੍ਰੋਫੈਸਰ ਭੁੱਲਰ ਉਹਦੀ ਜੇਲ੍ਹ 'ਚ ਹੈ, ਜੇ ਚਾਹੇ ਅੱਜ ਛੱਡ ਸਕਦਾ ਹੈ। 7 ਮਹੀਨੇ ਹੋ ਗਏ ਕੇਸ ਫਾਈਲ ਉਹਦੇ ਟੇਬਲ ਤੇ ਪਈ ਨੂੰ, ਦਸਤਖਤ ਨਹੀਂ ਕਰ ਰਿਹਾ। ਕੀ ਆ ਹਮਦਰਦ ਹੈ ਝਾੜੂ ਵਾਲਾ ਆਪਣੇ? ਮੈਂ ਮਾਤਾ ਭੈਣਾਂ ਬੈਠੀਆਂ, ਆ ਜਿਹੜੀ ਕੇਜਰੀਵਾਲ ਨੇ ਗਰੰਟੀ ਦਿੱਤੀ ਸੀ ਕਿ 1000 ਰੁਪਏ ਆਊਗਾ ਤੁਹਾਡੇ ਕੋਲੇ, ਨਹੀਂ ਆਉਣਾ। ਇਸ ਕਰਕੇ ਡਿੱਕਿਓ ਨਾ, ਉਹਦਾ ਅਕਾਲੀ ਦਲ ਹੀ ਆ ਕੇ ਕਰੂਗਾ ਕੁਛ ਨਾ ਕੁਛ, ਇਹਨੇ ਨਹੀਂ ਕਰਨਾ। ਇੱਕ ਨੇ ਕਿਹਾ ਸੀ 300 ਯੂਨਿਟ ਬਿਜਲੀ ਦੇ ਮੁਫਤ ਦੇਵਾਂਗੇ, ਉਹ ਵੀ ਨਹੀਂ ਦੇਣੇ। ਆ ਭਗਵੰਤ ਮਾਨ ਕੀ ਕਹਿੰਦਾ ਸੀ, ਮੇਰੇ ਕੋਲ ਹਰਾ ਪੈਨ ਹੈ ਨਾ, ਹਰਾ ਪੈਨ ਨਾ ਮੈਂ ਜੇਬ 'ਚ ਰੱਖਿਆ ਹੈ, ਜਿਹਦਾ ਬਾਅਦ ਜਦੋਂ ਆਇਆ ਮੈਂ ਹਰਾ ਪੈਨ ਚਲਾਉਂਗਾ, ਉਹਨੇ ਚਲਾਤਾ ਹੈ। ਇੱਕ ਤਾਂ ਪਹਿਲੀ ਹਰੇ ਪੈਨ ਨੇ ਕੀਤਾ, ਤੁਹਾਡੇ ਸਾਰਿਆਂ ਦੇ ਲੋਡ ਚੈੱਕ, ਘਰਾਂ ਦੇ ਵਿੱਚ ਲੋਡ ਚੈੱਕ ਹੋ ਰਿਹਾ ਕਿ ਕਿੰਨਾ ਤੁਸੀਂ ਲੋਡ ਹੈ ਤੁਹਾਡਾ, ਸਾਰਿਆਂ ਤੋਂ ਪੈਸੇ ਤੁਹਾਡੇ ਬਿੱਲ 'ਚ ਆਉਣਗੇ। ਹੁਣ ਜਿਹਦਾ ਲੋਡ ਸਾਰਿਆਂ ਦੇ ਵੱਧ ਹੈ ਕਰੇ ਹੈ, ਸਾਰਿਆਂ ਦੇ ਵੱਧ ਹੈ, ਜਿਹਦੇ ਉਹਨਾਂ ਜੁਰਮਾਨਾ ਬਸਾ ਆ ਜਾਊਗਾ। ਇੱਕ ਹੋਰ ਹਰੇ ਪੈਨ ਨੇ ਕਰਤੀ ਕਮਾਲ, ਤੁਹਾਡੀ ਮੋਟਰਾਂ ਕਿੰਨੇ ਦੀਆਂ, ਕਿੰਨੇ ਹਾਰਸ ਪਾਵਰ ਹੈ? ਤੁਹਾਡੀ ਜਜ਼ਰ ਜੀ ਕਿੰਨੇ? 25 ਦੀ ਹੈ। ਤੇ ਆੜਤੀਏ ਨੂੰ ਟੈਲੀਫੋਨ ਕਰ ਲਓ, 2.5 ਲੱਖ ਰੁਪਇਆ ਤਿਆਰ ਰੱਖੇ। 1 ਜੁਲਾਈ ਨੂੰ ਹੁਕਮ ਆ ਗਿਆ, ਹਰੇ ਪੈਨ ਨੇ ਕਰਤਾ ਕਿ 20 ਹਾਰਸ ਪਾਵਰ ਤੱਕ ਜਿਹਦੇ ਮੋਟਰਾਂ ਨੂੰ ਕੁਝ ਨਹੀਂ ਕਵਾਂਗੇ, 20 ਤੋਂ ਉੱਤੇ 1 ਹਾਰਸ ਪਾਵਰ ਮਗਰ 50,000 ਰੁਪਇਆ ਜੁਰਮਾਨਾ ਹੈ। ਜਾਂ ਤਾਂ ਥੱਲੇ ਕਰ ਲਓ ਜਾਂ ਆੜਤੀਏ ਨੂੰ ਟੈਲੀਫੋਨ ਕਰ ਲਓ, 2.5 ਲੱਖ ਦਾ ਤਿਆਰੀ ਰੱਖੋ। ਹਲੇ ਤਾਂ ਬਿੱਲ ਵੀ, ਮੀਟਰ ਵੀ ਐਡੇ ਲਿਆਂਦੇ, 300 ਯੂਨਿਟ ਕੀ ਦੇਣਾ ਸੀ, ਇਹ ਜੇ ਮੀਟਰ ਲਿਆਂਦੇ ਹੈ, ਤੁਹਾਨੂੰ ਪਤਾ ਲੱਗੂਗਾ ਕੀ ਹੋਊਗਾ। ਤੁਸੀਂ ਮੁਕਾਬਲਾ ਕਰ ਸਕਦੇ ਹੋ ਅਕਾਲੀ ਦਲ ਦੇ ਰਾਜ ਨਾਲ ਇਹਨਾਂ ਦਾ? ਤੁਹਾਨੂੰ ਕੋਈ ਚਿੰਤਾ ਸੀ ਅਕਾਲੀ ਦਲ ਦੇ ਰਾਜ ਵਿੱਚ?
ਗਰੀਬ ਨੂੰ ਆਟਾ ਦਾਲ ਦਿੰਦੇ ਸੀ, ਸ਼ਗਨ ਦਿੰਦੇ ਸੀ, ਪੈਨਸ਼ਨ ਦਿੰਦੇ ਸੀ, 200 ਯੂਨਿਟ ਬਿਜਲੀ ਦੇ ਕਰ ਸੀ। ਤੁਸੀਂ ਤਾਂ ਕੁੰਡੀਆਂ ਵੀ ਲਾ ਲੈਂਦੇ ਸੀ, ਕੋਈ ਪੁੱਛਦਾ ਸੀ? ਹੈ ਕੋਈ ਪੁੱਛਦਾ ਸੀ? ਹੱਥ ਕੜੇ ਕਰੋ, ਕਿਹੜੇ ਲਾਉਂਦੇ ਸੀ? ਸਾਰੇ ਬਾਪੂ ਦਾ ਨਾਮ ਸੀਗਾ ਜੀ। 20 ਨਹੀਂ ਚਲਾ ਲੈਂਦੇ ਸੀ। ਹੁਣ ਕਿ ਲਾ ਕੇ ਦੇਖੋ, ਭਰਿੰਡਾ ਮੰਗਵਾਉਣਗੇ ਅਫਸਰ, ਹੁਣ ਭਰਿੰਡਾ ਮੰਗੂ। ਆਪਾਂ ਆਪਣੀ ਲੱਤ ਵੱਢਣ ਤੇ ਕਿਉਂ ਲੱਗੇ ਰਹਿੰਦੇ ਹੋ? ਅਕਾਲੀ ਦਲ ਬਾਦਲ ਸਾਹਿਬ ਸੀ। ਆ ਜਿਹੜੇ ਬਜ਼ੁਰਗ ਬੈਠੇ, ਬਜ਼ੁਰਗੋ ਆਪਣੇ ਬੱਚਿਆਂ ਨੂੰ ਦੱਸੋ, ਜਿਹੜਾ ਟਿਊਬਵੈਲ ਇਹਨਾਂ ਦੇ ਖੇਤ ਲੱਗਿਆ ਕਿਹਨੇ ਲਾਇਆ ਹੈ? ਬਾਦਲ ਸਾਹਿਬ ਨੇ ਲਾਇਆ ਹੈ। ਜਿਹੜਾ ਉਹਨਾਂ ਨੂੰ ਬਿੱਲ ਨਹੀਂ ਆਉਂਦਾ ਟਿਊਬਵੈਲ ਦਾ, ਉਹ ਬਾਦਲ ਸਾਹਿਬ ਕਰਕੇ ਨਹੀਂ ਆਉਂਦਾ। ਜਿਹੜੀ ਆਪਾਂ ਮੰਡੀਆਂ 'ਚ ਇੱਥੇ ਪਿੰਡਾਂ 'ਚ ਫਸਲ ਵੇਚ ਦਿੰਦੇ ਆ, ਬਾਦਲ ਸਾਹਿਬ ਕਰਕੇ, ਅਕਾਲੀ ਦਲ ਕਰਕੇ। ਜਿਹੜੇ ਤੁਹਾਡੇ ਪੱਕੇ ਖਾਲੇ ਆ, ਕੱਸੀਆਂ ਸਾਰੀਆਂ ਬਾਦਲ ਸਾਹਿਬ ਕਰਕੇ, ਗ੍ਰਿਡ ਬਾਦਲ ਸਾਹਿਬ ਕਰਕੇ, ਆਰਓ ਬਾਦਲ ਸਾਹਿਬ ਕਰਕੇ, ਐਸੀ ਪ੍ਰਾਈਚਰ 200 ਯੂਨਿਟ ਬਿਜਲੀ ਦੇ ਬਾਦਲ ਸਾਹਿਬ ਕਰਕੇ, ਪੈਨਸ਼ਨ, ਸ਼ਗਨ, ਆਟਾ ਦਾਲ ਬਾਦਲ ਸਾਹਿਬ ਕਰਕੇ, ਮੁੱਖ ਮੰਤਰੀ ਤੀਰਥ ਯਾਤਰਾ ਬਾਦਲ ਸਾਹਿਬ ਕਰਕੇ, ਸੇਵਾ ਕੇਂਦਰ ਬਾਦਲ ਸਾਹਿਬ ਕਰਕੇ, ਸਾਰਾ ਕੁਝ ਹੀ। ਇੱਕ ਨਿਸ਼ਾਨੀ ਇਹਨਾਂ ਦੇ ਨਹੀਂ, ਇੱਕ ਨਿਸ਼ਾਨੀ ਨਾ ਆਉਣੀ ਹੈ। 5 ਸਾਲ ਕੈਪਟਨ ਨੇ ਠੱਗੀ ਮਾਰੀ, ਸੌਂ ਖਾ ਕੇ ਪਿੱਛੇ ਕਰਤਾ ਆਪਣਾ ਕੰਮ, ਤੇ ਆ 5 ਸਾਲ ਝਾੜੂ ਨੇ ਖਰਾਤਾ ਕੰਮ। ਹੁਣ ਪੰਗਾ ਤੁਸੀਂ ਇੰਨਾ ਪਾਤਾ, 92 ਬਣਾਤੇ। ਥੋੜੇ ਮੋਟੇ ਹੁੰਦੇ ਦੇ ਢਾੜੂ ਲੈਂਦੇ ਇਹਨਾਂ ਨੂੰ, ਹੁਣ ਤਾਂ 92 ਹੈ। ਹੁਣ ਕੀ ਕਰੀਏ ਇਹਨਾਂ ਦਾ? ਹੁਣ ਇੱਕੋ ਤਰੀਕਾ, ਸਾਰੇ ਭੈਣਾਂ ਬੈਠੀਆਂ, ਇੱਕੋ ਤਰੀਕਾ। ਜੇ ਤੁਸੀਂ ਆਪਣੇ 1000 ਰੁਪਇਆ ਚਾਹੁੰਦੇ ਹੋ, ਇੱਕੋ ਤਰੀਕਾ ਇਹਨਾਂ ਨੂੰ ਬੰਦੇ ਬਣਾ ਦਿਓ। ਬੰਦੇ ਕਿਵੇਂ ਬਣ ਗਏ ਇਹਨਾਂ ਦੀ? ਜਿਵੇਂ ਆਪਾਂ ਜਿਤਾਏ ਸੀ ਉਵੇਂ ਇਹਨਾਂ ਨੂੰ ਹਰਾਈਏ। ਜਿਸ ਦਿਨ ਝਾੜੂ ਹਾਰ ਗਿਆ ਨਾ ਇੱਥੋਂ, ਉਹ ਸੋਚਦਾ ਕਿ ਆਹ ਤਾਂ ਸਾਡਾ ਗੜ ਹੈ, ਕੁਛ ਮਰਜ਼ੀ ਲੁੱਟੀਏ ਕੁੱਟੀਏ, ਕੁਛ ਮਰਜ਼ੀ ਕਰੀਏ, ਸਾਨੂੰ ਸੰਗਰੂਰ ਵਾਲਿਆਂ ਦਾ ਵੋਟਾਂ ਹੀ ਪਾ ਦੇਣੀਆਂ। ਉਹ ਵੀ ਸੱਚਾ ਹੈ, ਕਿਉਂਕਿ 2 ਵਾਰ ਤੁਸੀਂ MP ਬਣਾਤਾ, ਨਾ ਤੁਹਾਨੂੰ ਵੋਟ ਮੰਗਣ ਆਇਆ, ਨਾ ਧੰਨਵਾਦ ਕਰਨ ਆਇਆ, ਫਿਰ ਵੀ ਆਪਾਂ ਵੋਟਾਂ ਪਾਈ ਗਏ। ਹੁਣ ਤਾਂ ਅਸਲੀਅਤ ਪਤਾ ਲੱਗ ਗਈ ਝਾੜੂ ਦੀ ਕਿ ਨਹੀਂ? ਹਲੇ ਵੀ ਨਹੀਂ। ਇੱਕ ਮੌਕਾ, ਤੁਸੀਂ ਕੰਧ ਲਿਖਿਆ ਇੱਕ ਮੌਕਾ, ਆਪਾਂ ਸਾਰੇ ਮਗਰ ਲੱਗੇ। ਐਕਤੀ ਇੱਕ ਮੌਕਾ ਦੇ ਦਿਓ ਬੰਦੀ ਸਿੱਖ ਪਰਿਵਾਰਾਂ ਨੂੰ। ਆਪਣੀ ਭੈਣ ਦੇ ਘਰੇ ਭਰਾ ਆ ਜਾਊਗਾ, ਕਈ ਬੰਦੀ ਸਿੱਖ ਆਪਣੇ ਮਾਵਾਂ ਨੂੰ ਮਿਲ ਲੈਣਗੇ, ਘਰੇ ਦੀ ਘਰ ਦੀ ਰੋਟੀ ਖਾ ਸਕਣਗੇ, ਘਰੇ ਆਪਣੇ ਪਰਿਵਾਰ ਵਿੱਚ ਬਹਿ ਸਕਣਗੇ। ਜਿਹੜੇ 20-22 ਸਾਲ ਦੇ ਗਏ ਸੀ, 55-55 ਸਾਲ ਤੱਕ ਘਰੇ ਆ ਜਾਣਗੇ। ਆ ਵੋਟ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਡੀ ਵੋਟ ਨਾਲ ਇਕੱਲੇ ਤੱਕੜੀ ਨੂੰ ਵੋਟ ਪਾ ਦਿਓ। ਆ ਫਰਜ਼ ਆਪਣਾ ਕੌਮੀ ਫਰਜ਼ ਹੈ। ਜੇ ਆਪਾਂ ਨਹੀਂ ਨਿਭਾਵਾਂਗੇ ਆਪਣਾ ਕੌਮੀ ਫਰਜ਼, ਫਿਰ ਅਗਲੀਆਂ ਪੀੜ੍ਹੀਆਂ ਆਪਾਂ ਨੂੰ ਮਾਫ ਨਹੀਂ ਕਰਨਗੀਆਂ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਹੈ, ਮਾਨ ਸਾਹਿਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਵੀ ਭੈਣ ਜੀ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ, ਕੌਮ ਦੇ ਪਿੱਠ ਤੇ ਨਾ ਛੁਰਾ ਮਾਰੋ, ਨਾ ਕੌਮ ਦੀ ਲੜਾਈ ਵਿੱਚ ਤੁਸੀਂ ਵਿਘਨ ਪਾਓ। ਤੁਹਾਡੇ MP ਬਣਨਾ ਕੁਛ ਨਹੀਂ ਹੋਣਾ। ਭੈਣ ਜਾਊਗੀ ਤਾਂ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਾ ਦੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਣਾ ਨਹੀਂ, ਧੱਕਾ ਨਹੀਂ ਕਰਨਾ, ਧੱਕਾ ਨਹੀਂ ਕਰਨਾ ਪਲੀਜ਼। ਜਾਮਣਾ ਵੀ ਸੱਕ ਜਾਣੀਆਂ ਤੇ ਵੱਡੇ ਵੀ ਲੈ ਕੇ ਜਾਣੇ ਜੀ। ਜਾਣਾ ਨਹੀਂ ਹੈਗਾ। ਬੰਦ ਕਰਦਾ। ਤੂੰ ਸੀ ਕਿੱਥੇ ਹੋਏ? ਆਹ ਦੇਖੋ ਆ ਫੜਾਇਆ ਹੋਇਆ। ਕੀ ਫੜਾਇਆ ਹੋਇਆ ਸੀਗਾ? ਤੂੰ ਮੇਰੇ ਨਾਲ ਰਹਿਣਾ ਸੀ ਜਿਹੜੀ ਤੂੰ ਬੋਲੀ ਨਾ ਬੋਲਦਾ ਵੀ ਨਹੀਂ ਲੱਭਿਆ ਮੈਨੂੰ ਜਦੋਂ। ਉਹ ਤੈਨੂੰ ਲੱਭੀ ਜਾਂਦਾ। ਬਾਈਟ ਸ਼ੀਸ਼ ਕਰ ਲੂਗਾ, ਪੁੱਛ ਲੈਨੇ ਨਹੀਂ, ਫਿਰ ਆਪਾਂ ਕਰ ਲਾਂਗੇ। ਨਾ ਕਰਦੇ ਹੁਣ ਮੁਕਾਬਲਾ ਜੇ ਮਾਈਕ ਬੰਦ ਕਰਤਾ ਬਣ ਜੂ ਮੁਕਾਬਲਾ। ਫੜਦਾ 2 ਡੱਬੇ ਯਾਰ, ਬਹਿ ਜਾ। ਕੀ ਹਾਲ ਨੇ? ਚੱਕ ਲਾ ਚੱਕ। ਆ ਖੜਾ ਸ਼ੀਸ਼ੇ ਤੇ। ਅੱਛਾ ਆ ਜਾ। ਆਗੇ ਸਾਹਿਬ ਆਗੇ ਤੇ ਹੋਣੀ ਹੈ, ਹੋਣੀ ਰੱਖਣਾ ਸੀਗਾ। ਆਉਣਾ ਬੰਦ ਕਰ ਦੇ। ਚਲੋ ਕਰ ਲੂਗਾ।